ਬੀਤੇ ਦਿਨੀ ਮੈਨੂੰ ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਸਰਦਾਰ ਅਜਾਇਬ ਸਿੰਘ ਚੱਠਾ ਜੀ ਦਾ ਫੋਨ ਆਇਆ ਕਿ ਐਤਵਾਰ ਨੂੰ ਬਿਊਟੀ ਕੰਟੈਸਟ ਹੋ ਰਿਹਾ ਹੈ, ਉੱਥੇ ਜ਼ਰੂਰ ਆਓ। ਇਹ ਮੁਕਾਬਲਾ ਬਰੈਂਪਟਨ ਦੇ ਨਾਲ ਮਿਸੀਸਾਗਾ ਵਿੱਚ ਸੀ। ਮੈਂ ਕਦੇ ਬਿਊਟੀ ਕੰਟੈਸਟ ਅਟੈਂਡ ਨਹੀਂ ਸੀ ਕੀਤਾ, ਨਾ ਹੀ ਮੇਰਾ ਕੋਈ ਇੰਟਰਸਟ ਵੀ ਰਿਹਾ, ਲੇਕਿਨ ਬੁਲਾਇਆ ਸੀ ਇਸ ਕਰਕੇ ਜਾਣਾ ਹੀ ਸੀ। ਮੈਂ ਕਿਹਾ ਚਲੋ ਇੱਕ ਹੋਰ ਤਜਰਬਾ। ਖੈਰ, ਮੁਕਾਬਲੇ ਦੀ ਕਾਰਵਾਈ ਚੱਲਦੀ ਰਹੀ। ਇਸ ਦੌਰਾਨ ਮੇਰੇ ਅੰਦਰ ਕੁਝ ਸਵਾਲ ਪੈਦਾ ਹੋਏ ਜਿਸ ਨੂੰ ਮੈਂ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਨ ਲੱਗਾ। ਮੈਂ ਸੋਚ ਰਿਹਾ ਸੀ, ਠੀਕ ਹੈ, ਕਾਰਪੋਰੇਟ ਦੀ ਦੁਨੀਆ ਬਿਊਟੀ ਕੰਟੈਸਟ ਕਰਾਉਂਦੀ ਹੈ, ਉਹਨਾਂ ਦਾ ਉਦੇਸ਼ ਹੈ ਆਪਣੇ ਪ੍ਰੋਡਕਟ ਵੇਚਣਾ, ਪਰ ਸੱਭਿਆਚਾਰ ਦੇ ਨਾਂ 'ਤੇ ਇਸ ਤਰ੍ਹਾਂ ਦੇ ਮੁਕਾਬਲੇ ਤੋਂ ਕੀ ਹਾਸਲ ਹੋਵੇਗਾ? ਆਖਰ ਆਰਗੇਨਾਈਜ਼ਰਸ ਦਾ ਉਦੇਸ਼ ਕੀ ਹੈ? ਪਹਿਲਾਂ ਹੀ ਸਮਾਜ ਕਿੱਥੇ ਹੈ, ਹੋਰ ਕਿੱਥੇ ਲੈ ਕੇ ਜਾਣਾ ਹੈ? ਇਹਨਾਂ ਮੁਕਾਬਲਿਆਂ ਦਾ ਕੋਮਲ ਮਨਾਂ 'ਤੇ ਕੀ ਅਸਰ ਪੈ ਰਿਹਾ ਹੈ? ਕੀ ਜ਼ਿੰਦਗੀ ਲਈ ਇਹ ਇੰਨੇ ਲੋੜੀਂਦੇ ਹਨ? ਵਗੈਰਾ ਵਗੈਰਾ। ਨਾਲ ਹੀ ਇਹ ਖਿਆਲ ਵੀ ਤੁਰ ਪਿਆ ਕਿ ਸੁਣਪ ਦਾ ਕਾਹਦਾ ਮੁਕਾਬਲਾ? ਖੂਬਸੂਰਤੀ ਤਾਂ ਕੁਦਰਤੀ ਦੇਣ ਹੈ, ਇਸ ਦਾ ਮੁਕਾਬਲਾ ਕੀਤਾ ਹੀ ਨਹੀਂ ਜਾ ਸਕਦਾ। ਅੰਗਰੇਜ਼ੀ ਦੀ ਕਹਾਵਤ ਹੈ, ਬਿਊਟੀ ਲਾਈਜ਼ ਇਨ ਦੀ ਆਈਜ਼ ਆਫ ਬਿਹੋਲਡਰਸ। ਖੂਬਸੂਰਤੀ ਦੇਖਣ ਵਾਲੇ ਦੀ ਅੱਖ ਵਿੱਚ ਹੈ। ਇਸ ਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਸੁੰਦਰਤਾ ਦ੍ਰਿਸ਼ਟੀ ਵਿੱਚ ਹੀ ਹੈ। ਦ੍ਰਿਸ਼ਟੀ ਬਦਲੀ, ਸੁੰਦਰਤਾ ਦੇ ਮਾਇਨੇ ਬਦਲ ਗਏ। ਜੋ ਚੀਜ਼ ਬਦਲ ਗਈ, ਫਿਰ ਅਸਲ ਸੁੰਦਰਤਾ ਕੀ ਹੋਈ? ਫੁੱਲ ਖਿੜਿਆ ਹੈ, ਸੁੰਦਰ ਹੈ, ਮੁਰਝਾ ਗਿਆ, ਸੁੰਦਰਤਾ ਗਾਇਬ। ਇਹ ਵੀ ਤਾਂ ਇੱਕ ਪਹਿਲੂ ਹੈ। ਮੈਂ ਖੁਦ ਨੂੰ ਸਮਝਾਇਆ। ਅੰਗਰੇਜ਼ੀ ਦੇ ਕਵੀ ਵਰਡਸਵਰਥ ਦੀ ਮੈਨੂੰ ਇੱਕ ਕਵਿਤਾ ਵੀ ਯਾਦ ਆ ਗਈ, ਆਈ ਲਵ ਆਲ ਦ ਬਿਊਟੀਅਸ ਥਿੰਗਸ। ਲੇਕਿਨ ਮੇਰੀ ਸੂਈ ਮੁੜ ਦ੍ਰਿਸ਼ਟੀ 'ਤੇ ਜਾ ਅਟਕੀ ਕਿ ਸੁੰਦਰਤਾ ਦੇਖਣ ਵਾਲੇ ਦੀ ਅੱਖ ਵਿੱਚ ਹੈ। ਸੁੰਦਰਤਾ ਸਾਡੀ ਲੋੜ ਮੁਤਾਬਕ ਵੀ ਹੈ। ਜੋ ਮੇਰੇ ਕੋਲ ਨਹੀਂ ਹੈ, ਜੋ ਮੈਂ ਹੰਢਾ ਚੁੱਕਿਆ ਹਾਂ, ਹੁਣ ਵਾਪਸੀ ਦੀ ਕੋਈ ਉਮੀਦ ਨਹੀਂ। ਇਸ ਅਰਥ ਵਿੱਚ ਸੁੰਦਰਤਾ ਤੁਲਨਾਤਮਕ ਵੀ ਹੈ, ਇੱਕ ਅਹਿਸਾਸ ਵੀ ਹੈ। ਕੀ ਸੁੰਦਰ ਹੈ ਅਤੇ ਉਸ ਸੁੰਦਰਤਾ ਦੇ ਕੀ ਮਾਇਨੇ ਹਨ, ਇਹ ਸਾਡੀ ਦ੍ਰਿਸ਼ਟੀ ਵਿੱਚ ਹੈ। ਮੈਂ ਆਪਣੀ ਉਮਰ ਦੀ ਹੀ ਗੱਲ ਕਰਾਂ। ਉਮਰ ਦੇ ਵਾਧੇ ਨਾਲ ਜਿਸ ਪਾਸੇ ਨੂੰ ਅਸੀਂ ਜਾ ਰਹੇ ਹਾਂ, ਜਿੱਥੇ ਆਹਿਸਤਾ ਆਹਿਸਤਾ ਸਰੀਰ ਨਿਰਬਲ ਹੋ ਰਿਹਾ ਹੈ, ਉੱਥੇ ਪਹੁੰਚ ਰਿਹਾ ਹੈ ਜਿਸ ਬਾਬਤ ਗੁਰਬਾਣੀ ਬੜੇ ਪ੍ਰਭਾਵਪੂਰਕ ਢੰਗ ਨਾਲ ਬਿਆਨ ਕਰਦੀ ਹੈ, ਨੈਣਹੁ ਨੀਰ ਬਹੇ ਤਨ ਖੀਨਾ ਭਏ ਕੇਸ ਦੁਧਵਾਨੀ। ਇੱਥੇ ਸੁੰਦਰਤਾ ਵਾਸਤੇ ਦ੍ਰਿਸ਼ਟੀ ਵੱਖਰੀ। ਬਲਵਾਨ ਜਵਾਨੀ ਦੇ ਮਾਇਨੇ ਹੀ ਬਦਲੇ ਹੁੰਦੇ। ਉਸ ਦੀ ਹਰ ਗੱਲ ਖੂਬਸੂਰਤ ਲੱਗਦੀ ਹੈ, ਉਸ ਦੀ ਅਣਮੁੱਲੀ ਕੀਮਤ ਸਮਝ ਪੈ ਜਾਂਦੀ ਹੈ। ਬੁਢੇਪੇ ਵਿੱਚ ਜਵਾਨੀ ਦੀ ਖੂਬਸੂਰਤੀ ਬਾਰੇ ਆਪਣੀ ਹੀ ਦ੍ਰਿਸ਼ਟੀ ਹੈ। ਇੱਕ ਦ੍ਰਿਸ਼ਟੀ ਹੋਰ ਹੈ, ਉਹ ਹੈ ਭਗਤ ਦੀ ਦ੍ਰਿਸ਼ਟੀ। ਬੰਦੇ ਦੀ ਖੂਬਸੂਰਤੀ ਨੇ ਬੰਦੇ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਹਿੰਦੁਸਤਾਨ ਨੇ ਰੱਬ ਨੂੰ ਵੀ ਬੰਦੇ ਵਰਗਾ ਹੀ ਸਮਝ ਲਿਆ। ਸਮਝ ਹੀ ਨਹੀਂ ਲਿਆ, ਮਨੁੱਖ ਵਰਗਾ ਘੜ ਵੀ ਲਿਆ, ਮਨੁੱਖ ਵਰਗੀ ਉਸ ਦੀ ਮੂਰਤੀ ਬਣਾ ਲਈ। ਖੂਬਸੂਰਤੀ ਨੂੰ ਦੇਖਣ ਦੀ ਇੱਕ ਹੋਰ ਦ੍ਰਿਸ਼ਟੀ ਹੈ, ਸੰਤ ਦੀ ਦ੍ਰਿਸ਼ਟੀ। ਇੱਕ ਗਾਥਾ ਹੈ, ਇੱਕ ਸੰਤ ਭਿਕਸ਼ਾ ਮੰਗਣ ਕਿਸੇ ਦਰਵਾਜ਼ੇ ਤੇ ਗਿਆ। ਅੰਦਰੋਂ ਬਹੁਤ ਹੀ ਖੂਬਸੂਰਤ ਔਰਤ ਦਰਵਾਜ਼ੇ ਤੇ ਆਈ। ਉਸ ਔਰਤ ਨੂੰ ਦੇਖ ਕੇ ਸੰਤ ਭਿਕਸ਼ਾ ਭੁੱਲ ਹੀ ਗਿਆ। ਉਹ ਉਸ ਸੋਹਣੀ ਔਰਤ ਨੂੰ ਹੀ ਨਿਹਾਰਦਾ ਰਿਹਾ, ਬੇਸੁੱਧ ਹੋ ਗਿਆ। ਇਹ ਦੇਖ ਕੇ ਉਹ ਔਰਤ ਮਿੰਨਾ ਜਿਹਾ ਮੁਸਕਰਾਈ, ਫਿਰ ਵਿਅੰਗ ਕੱਸਦੇ ਹੋਏ ਬੋਲ ਪਈ, ਮਹਾਰਾਜ ਕੀ ਦੇਖਦੇ ਹੋ? ਦੇਖਣ ਨੂੰ ਤਾਂ ਤੁਸੀਂ ਸਾਧ ਲੱਗਦੇ ਹੋ, ਲੇਕਿਨ ਇਸਤਰੀ ਦੇ ਰੂਪ ਵਿੱਚ ਗੁਆਚ ਹੀ ਗਏ। ਸੁਣ ਕੇ ਸੰਤ ਦੀ ਬੇਹੋਸ਼ੀ ਟੁੱਟ ਗਈ। ਚੌਂਕ ਕੇ ਬੋਲਿਆ, ਮਾਫ ਕਰਨਾ ਬੇਟੀ, ਪਰ ਜੋ ਤੂੰ ਸੋਚ ਰਹੀ ਹੈ ਉਹ ਗੱਲ ਨਹੀਂ ਹੈ। ਇਹ ਸੁਣ ਕੇ ਉਹ ਔਰਤ ਹਾਸਾ ਨਾ ਰੋਕ ਸਕੀ। ਸ਼ਰਾਰਤੀ ਅੱਖਾਂ ਵਿੱਚ ਅਦਾ ਭਰ ਕੇ ਬੋਲੀ, ਫੇਰ ਕੀ ਗੱਲ ਹੈ ਮਹਾਰਾਜ? ਬੇਟਾ, ਤੈਨੂੰ ਭੁਲੇਖਾ ਪੈ ਗਿਆ ਹੈ ਕਿ ਮੈਂ ਤੈਨੂੰ ਦੇਖ ਰਿਹਾ ਸੀ। ਮੈਂ ਤਾਂ ਸੋਚ ਰਿਹਾ ਸੀ ਕਿ ਉਹ ਆਪ ਕਿੰਨਾ ਸੋਹਣਾ ਹੋਵੇਗਾ ਜਿਸ ਨੇ ਤੈਨੂੰ ਬਣਾਇਆ ਹੈ। ਮੈਂ ਤਾਂ ਵਿਸਮਾਦ ਵਿੱਚ ਚਲਾ ਗਿਆ ਸੀ, ਨਿਰੰਕਾਰ ਨੂੰ ਦੇਖ ਰਿਹਾ ਸੀ। ਇਸ ਤਰ੍ਹਾਂ ਦੀ ਵੀ ਇੱਕ ਦ੍ਰਿਸ਼ਟੀ ਹੈ। ਇਹ ਦ੍ਰਿਸ਼ਟੀ ਹੈ ਇੱਕ ਚਿੱਤਰਕਾਰ ਦੀ, ਇੱਕ ਕਵੀ ਦੀ। ਉਸ ਨੂੰ ਮਨੁੱਖ ਕੀ, ਮਰਦ ਔਰਤ ਕੀ,
ਇਹ ਸਾਰੀ ਕਾਇਨਾਤ ਹੀ ਇਤਨੀ ਸੁੰਦਰ ਲੱਗੀ ਕਿ ਉਹ ਸੋਚੀ ਪੈ ਗਿਆ कि ऐना सड़क आखिर बनाया किसने? ये कौन चित्रकार है? ये कौन चित्रकार? जवानी विच ये दृष्टि होर हुंदी है। एक प्रेमी की दृष्टि विच भी सुणप बारे वखरी वखरी दृष्टि है। प्रेमी कई तरह नाल सुंदरता नूं देखते हैं। शायरी विच अते हिंदी फिल्मां विच प्रेमी की दृष्टि के अड अड नज़रिए तुहानूं मिल जाणगे। एक अपने महबूब नूं इन्ना खूबसूरत समझदा है कि बोल उठता है, चांद आहें भरेगा, लोग दिन थाम लेंगे, हुस्न की बात चली तो सब तेरा नाम लेंगे। दूजा महबूब दे सुणप तो इन्ना हैरान होंदा है कि सोचता है कि मैं तक ही रब भी इसनूं बना के हैरान होया होना है। खुदा भी आसमां से जब जमी पर देखता होगा, मेरे महबूब को किसने बनाया सोचता होगा। यह भी एक दृष्टि प्रेमी की तीजी दृष्टि भी है। वो अपनी महबूब की सुंदरता तो इन्ना पॉजिटिव हो गया है कि नहीं चाहता उसके अलावा इस खूबसूरती नूं कोई होर देखे। तुम्हें कोई और देखे तो जलता है दिल, बड़ी मुश्किलों से फिर संभलता है दिल। उत्तों ही एहसास पैदा होए हैं। कह सकते हाँ यह दृष्टि बहुत स्वार्थी है। शायद इसे दृष्टि ने औरत नूं घुंड दे पिछे लुको लिया, बुरके विच लवेट दिता, सिर तो लैके पैर तक काले कपड़े नाल ढक दिता। खैर यह सुंदरता ते कब्जा करन दी बिरती तो उपजी हुई दृष्टि है। पर इस सब दे उलट एक होर दृष्टि है जिसने औरत नूं बाजार बना के रख दिता है। यह दृष्टि चंगी जां माड़ी इसका फैसला मैं तुहाडे ते छड्डदा हां, क्योंकि लोक मानसिकता आम तौर पर समय के वेग के प्रभाव विच ही वगदी है। कोई खुद नूं पिछड़िया होया नहीं अखवाना चाहुंदा। इस चक्कर विच वो किसी मानसिक जां शरीरक प्रभाव नूं भी नहीं गौरदा। नैतिकता तक पासे रही। खैर मैं गल कर रहा हाँ सुंदरता के प्रदर्शन की दृष्टि बारे। इसे विचों पैदा हुई है ब्यूटी कंटेस्ट की यह रीत, सुंदरता का मुकाबला। पर इसका नतीजा की है? इसने साढ़े अचेत मन ते अजिहा प्रभाव पा दिता है कि यह ब्यूटी कंटेस्ट हर जहन विच वड़ गया है। हर औरत भावें वो किसी भी उम्र की है, हर दूजी औरत नाल सुंदरता का मुकाबला करन ते लगी हुई। मुकाबला भी ऐसा जिथे औरत अपनी कुदरती सुंदरता नूं सुंदरता मनण लई तैयार ही नहीं। वो इस दौड़ विच कॉस्मैटिक्स के किसी भी कैमिकल्स तो नहीं डरती। शरीर की सेहत और सुरक्षा लई रब वल्लों बख्शे हुए कुदरती कवच केसां रोमां नूं भी बेधड़क होकर कट रही है। बटॉक्स और होर प्लास्टिक सर्जरी करवा के कुदरती बनावट नाल छेड़छाड़ कर रही है। मैं सोचता हाँ ये दृष्टि खुद औरत नूं कित्थे ले जा रही है। बाजार की गुलाम बन चुकी है औरत, हुण कित्थे है आज़ाद। सुंदरता के प्रदर्शन की दौड़ विच औरत अपने वजूद नूं ही गवा बैठी है। जो कुदरत का हसीन तोहफा है वो खुद कुदरत तो दूर हुंदी जा रही है। तुहाडी की राय है दसो लिख के हेठां कमेंट बॉक्स विच। इसे नाल दिओ इजाजत भुपिंदर सिंह भाई खेल नूं। खुश रहो, आबाद रहो।